ਹੋਵੇਗਾ ਮਾਨ ਕੈਬਨਿਟ ਦਾ ਵਿਸਤਾਰ ਤੋਂ ਨਵੇਂ ਮੰਤਰੀ ਸਰਕਾਰ ਦੇ ਵਿੱਚ ਹੋਣਗੇ ਸ਼ਾਮਿਲ। ਵੱਡੇ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਖੁੱਡੀਆਂ ਤੇ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਵੱਡੀ ਲੀਡ ਦਿਵਾਉਣ ਵਾਲੇ ਬਲਕਾਰ ਸਿੰਘ ਨੂੰ ਮਿਲੇਗੀ ਥਾਂ। ਕੈਬਨਿਟ ਵਿਸਤਾਰ ਤੋਂ ਪਹਿਲਾਂ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਨਿੱਜਰ ਨੇ ਦਿੱਤਾ ਅਸਤੀਫਾ। ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਸਨ ਇੰਦਰਬੀਰ ਨਿੱਜਰ। ਮੁੱਖ ਮੰਤਰੀ ਮਾਨ ਦੀ ਡਿਨਰ ਡਿਪਲੋਮੈਸੀ ਅੱਜ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਦੇਣਗੇ ਡਿਨਰ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਡਿਨਰ ਦੇ ਵਿੱਚ ਹੋਣਗੇ ਸ਼ਾਮਿਲ। ਆਪ ਦੇ ਐਮਪੀਜ਼ ਨੂੰ ਵੀ ਦਿੱਤਾ ਗਿਆ ਸੱਦਾ। ਸਾਬਕਾ ਸੀਐਮ ਚੰਨੀ ਤੇ ਅੱਜ ਵੱਡਾ ਖੁਲਾਸਾ ਕਰ ਸਕਦੇ ਨੇ ਸੀਐਮ ਮਾਨ। ਕਥਿਤ ਰਿਸ਼ਵਤ ਕਾਂਡ ਨੂੰ ਲੈ ਕੇ ਚੰਨੀ ਨੂੰ ਦਿੱਤਾ ਸੀ 2 ਵਜੇ ਤੱਕ ਦਾ ਵਕਤ। ਜਾਣਕਾਰੀ ਜਨਤਕ ਕਰਨ ਦਾ ਦਿੱਤਾ ਹੈ ਚੈਲੰਜ। ਐਸਜੀਪੀਸੀ ਚੋਣਾਂ ਦੀ ਤਿਆਰੀ ਸ਼ੁਰੂ। ਗੁਰਦੁਆਰਾ ਕਮਿਸ਼ਨ ਨੇ ਮੁੱਖ ਸਕੱਤਰ ਨੂੰ ਵੋਟਰ ਸੂਚੀਆਂ ਤਿਆਰ ਕਰਨ ਦੇ ਦਿੱਤੇ ਹੁਕਮ ਜਾਰੀ। ਪਿਛਲੇ 12 ਸਾਲ ਤੋਂ ਨਹੀਂ ਹੋਈਆਂ ਐਸਜੀਪੀਸੀ ਚੋਣਾਂ। ਐਨਸੀਈਆਰਟੀ ਦੀ ਕਿਤਾਬ ਦੇ ਵਿੱਚੋਂ ਖਾਲਿਸਤਾਨ ਤੇ ਵੱਖਰਾ ਸਿੱਖ ਦੇਸ਼ ਵਾਲੇ ਸ਼ਬਦ ਹਟਾਏ ਗਏ। ਐਸਜੀਪੀਸੀ ਨੇ ਜਤਾਇਆ ਸੀ ਵਿਰੋਧ। 11ਵੀਂ ਦੀ ਪੋਲੀਟੀਕਲ ਸਾਇੰਸ ਦੀ ਕਿਤਾਬ ਦੇ ਵਿੱਚ ਛਪੇ ਸ਼ਬਦਾਂ ਨੂੰ ਲੈ ਕੇ ਸੀ ਇਤਰਾਜ਼। ਮਹਾਰਾਸ਼ਟਰ 'ਚ ਮੌਬ ਲਿੰਚਿੰਗ 'ਚ ਸਿੱਖ ਨੌਜਵਾਨ ਦੀ ਮੌਤ ਦੇ ਮਾਮਲੇ 'ਚ 4 ਮੁਲਜ਼ਮ ਗ੍ਰਿਫਤਾਰ। ਬੱਕਰੀ ਚੋਰ ਸਮਝ ਕੇ ਭੀੜ ਨੇ ਬੇਰਹਿਮੀ ਦੇ ਨਾਲ ਕੀਤੀ ਸੀ 3 ਨਾਬਾਲਗ ਮੁੰਡਿਆਂ ਦੀ ਕੁੱਟਮਾਰ। ਐਸਜੀਪੀਸੀ ਨੇ ਕੀਤੀ ਸਖਤ ਕਾਰਵਾਈ ਦੀ ਮੰਗ। ਮੁੱਖ ਮੰਤਰੀ ਮਾਨ ਅੱਜ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਦੇ ਨਾਲ ਕਰਨਗੇ ਗੱਲਬਾਤ। ਕਰੀਬ 94 ਸਕੂਲਾਂ ਦੇ ਵਿਦਿਆਰਥੀ ਹੋਣਗੇ ਸ਼ਾਮਿਲ। ਮੋਹਾਲੀ 'ਚ ਬੱਚਿਆਂ ਨੂੰ ਕਿਤਾਬਾਂ ਮਿਲਣ ਦੇ ਵਿੱਚ ਦੇਰੀ ਹੋਣ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਐਕਸ਼ਨ। ਸਿੱਖਿਆ ਬੋਰਡ ਦੇ 3 ਅਫਸਰ ਸਸਪੈਂਡ। ਬੀਈਓਜ਼ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ। ਸ਼ਾਨਰ ਬਿਜਲੀ ਪ੍ਰੋਜੈਕਟ ਤੇ ਆਪਣਾ ਦਾਅਵਾ ਛੱਡਣ ਨੂੰ ਤਿਆਰ ਨਹੀਂ ਪੰਜਾਬ। ਬਿਜਲੀ ਮੰਤਰੀ ਬੋਲੇ ਹਿਮਾਚਲ ਦਾ ਦਾਅਵਾ ਬਿਲਕੁਲ ਗਲਤ। 1966 ਦੇ ਵਿੱਚ ਕੇਂਦਰ ਨੇ ਪੰਜਾਬ ਨੂੰ ਸੌਂਪ ਦਿੱਤਾ ਸੀ ਪ੍ਰੋਜੈਕਟ। ਨਸ਼ੇ ਖਿਲਾਫ ਐਕਸ਼ਨ ਦੇ ਵਿੱਚ ਪੰਜਾਬ ਪੁਲਿਸ ਅੱਜ ਸੂਬੇ ਭਰ ਦੇ ਵਿੱਚ ਹੋਵੇਗਾ ਮੈਗਾ ਸਰਚ ਆਪਰੇਸ਼ਨ। ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਚੱਲੇਗਾ ਤਲਾਸ਼ੀ ਅਭਿਆਨ। ਕਰਪਸ਼ਨ ਦੇ ਮਾਮਲੇ ਵਿੱਚ ਵਿਜੀਲੈਂਸ ਦਾ ਸਾਬਕਾ ਮੰਤਰੀਆਂ ਤੇ ਐਕਸ਼ਨ ਜਾਰੀ। ਅੱਜ ਗੁਰਪ੍ਰੀਤ ਕਾਂਗੜ ਨੂੰ ਪੁੱਛਗਿੱਛ ਲਈ ਸੱਦਿਆ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਹੋਣਗੇ ਸਵਾਲ ਜਵਾਬ। ਭਾਰਤੀ ਕੁਸ਼ਤੀ ਸੰਘ ਖਿਲਾਫ ਮੋਰਚਾ ਖੋਲਣ ਵਾਲੇ ਪਹਿਲਵਾਨਾਂ ਦੇ ਹੱਕ ਦੇ ਵਿੱਚ ਆਇਆ ਵਰਡ। ਰੈਸਲਿੰਗ ਫੈਡਰੇਸ਼ਨ ਪਹਿਲਵਾਨਾਂ ਤੇ ਹੋਈ ਪੁਲਿਸ ਕਾਰਵਾਈ ਨੂੰ ਦੱਸਿਆ ਗਲਤ। ਕਿਹਾ ਜਲਦ ਕਰਵਾਈਆਂ ਜਾਣਗੀਆਂ ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ, ਨਹੀਂ ਤਾਂ ਸਸਪੈਂਡ ਕੀਤਾ ਜਾ ਸਕਦਾ ਫੈਡਰੇਸ਼ਨ। ਪਹਿਲਵਾਨਾਂ ਦੇ ਧਰਨੇ ਨੂੰ ਲੈ ਕੇ ਟਵਿੱਟਰ ਤੇ ਆਮੋ ਸਾਹਮਣੇ ਹੋਏ ਐਸਐਸਪੀ ਫਾਜ਼ਿਲਕਾ ਤੇ ਏਡੀਜੀਪੀ ਲਾਅ ਐਂਡ ਆਰਡਰ। ਪਹਿਲਵਾਨਾਂ ਦੇ ਹਮਾਇਤ ਦੇ ਵਿੱਚ ਬੋਲੇ ਐਸਐਸਪੀ ਅਵਨੀਤ ਕੌਰ ਸਿੱਧੂ ਤਾਂ ਏਡੀਜੀਪੀ ਗੁਰਿੰਦਰ ਸਿੰਘ ਨੇ ਅਵਨੀਤ ਨੂੰ ਯਾਦ ਕਰਵਾਈ ਡਿਊਟੀ। ਕਿਹਾ ਕਾਨੂੰਨ ਵਿਵਸਥਾ ਬਣਾਏ ਰੱਖਣਾ ਸਾਡੀ ਜ਼ਿੰਮੇਵਾਰੀ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਉਮੀਦ ਹੈ ਤੁਸੀਂ ਸਾਰੇ ਖੈਰੇ ਦੇ ਨਾਲ ਹੋਵੋਗੇ। ਤੱਕ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਇੱਕ ਵੱਡੀ ਖਬਰ ਤੋਂ। ਅੱਜ ਮਾਨ ਕੈਬਨਿਟ ਦਾ ਵਿਸਤਾਰ ਹੋਏਗਾ। 2 ਨਵੇਂ ਮੰਤਰੀ ਅੱਜ ਹਲਫ ਲੈਣਗੇ, ਸਹੁੰ ਚੁੱਕਣਗੇ। ਸਵੇਰੇ 11 ਵਜੇ ਗਵਰਨਰ ਹਾਊਸ ਦੇ ਵਿੱਚ ਸਹੁੰ ਚੁੱਕੀ ਜਾਏਗੀ। ਗੁਰਮੀਤ ਖੁੱਡੀਆਂ ਨਵੇਂ ਮੰਤਰੀ ਹੋਣਗੇ। ਬਲਕਾਰ ਸਿੰਘ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਥਾਂ ਮਿਲੇਗੀ। ਡਾਕਟਰ ਇੰਦਰਬੀਰ ਨਿੱਜਰ ਦਾ ਕੈਬਨਿਟ ਦੇ ਵਿੱਚੋਂ ਅਸਤੀਫਾ ਹੋਇਆ ਤਾਂ ਮੁੱਖ ਮੰਤਰੀ ਨੇ ਗਵਰਨਰ ਨੂੰ ਅਸਤੀਫਾ ਭੇਜ ਦਿੱਤਾ। ਸਿਰਫ ਮਨਜ਼ੂਰ ਹੋਣਾ ਬਾਕੀ ਹੈ। ਲੋਕਲ ਬਾਡੀ ਮੰਤਰੀ ਸਨ ਇੰਦਰਬੀਰ ਨਿੱਜਰ ਤਾਂ ਉੱਥੇ ਹੀ ਦੂਜੇ ਪਾਸੇ ਅਹਿਮ ਹੈ ਕਿ 2 ਹੋਰ ਮੰਤਰੀ ਕੈਬਨਿਟ ਦੇ ਵਿੱਚ ਹਿੱਸਾ ਲੈਣ ਜਾ ਰਹੇ ਨੇ। ਕੈਬਨਿਟ ਦੇ ਵਿੱਚ ਉਹਨਾਂ ਦਾ ਸ਼ਮੂਲੀਅਤ ਹੋਏਗੀ ਉਹਨਾਂ ਦੀ ਔਰ ਹਲਫ ਲਿਆ ਜਾਏਗਾ। ਗੁਰਮੀਤ ਖੁੱਡੀਆਂ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ, 5 ਵਾਰ ਦੇ ਮੁੱਖ ਮੰਤਰੀ ਸਨ ਔਰ 11 ਵਾਰ ਦੇ ਵਿਧਾਇਕ ਸਨ ਔਰ ਉਹਨਾਂ ਨੂੰ ਹਰਾ ਕੇ ਲਗਾਤਾਰ ਉਹ ਚਰਚਾ ਦੇ ਵਿੱਚ ਵੀ ਰਹੇ ਉਸ ਸਮੇਂ। ਗੁਰਮੀਤ ਖੁੱਡੀਆਂ ਜਿਨ੍ਹਾਂ ਨੂੰ ਹੁਣ ਨਵਾਂ ਮੰਤਰੀ ਬਣਾਇਆ ਜਾਏਗਾ, ਨਵੇਂ ਮੰਤਰੀ ਦੇ ਵਜੋਂ ਹਲਫ ਲੈਣਗੇ। ਔਰ ਇਸ ਤੋਂ ਇਲਾਵਾ ਬਲਕਾਰ ਸਿੰਘ ਜਿਨ੍ਹਾਂ ਨੇ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਔਰ ਉੱਥੇ ਜਿਹੜਾ ਕੰਮ ਕੀਤਾ ਤਾਂ ਜਿਸ ਤੋਂ ਬਾਅਦ ਹੁਣ ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਥਾਂ ਮਿਲਣ ਜਾ ਰਹੀ ਹੈ। ਔਰ ਇਸ ਤੋਂ ਇਲਾਵਾ ਡਾਕਟਰ ਇੰਦਰਬੀਰ ਨਿੱਜਰ ਜੋ ਅੰਮ੍ਰਿਤਸਰ ਸਾਊਥ ਤੋਂ ਆਉਂਦੇ ਨੇ ਵਿਧਾਇਕ ਤਾਂ ਮੰਤਰੀ ਸਨ ਔਰ ਪਿਛਲੇ ਸਮੇਂ ਦੇ ਵਿੱਚ ਹੀ ਉਹਨਾਂ ਨੂੰ ਜਦੋਂ ਨਵਾਂ ਵਿਸਤਾਰ ਹੋਇਆ ਸੀ ਉਸ ਵੇਲੇ ਥਾਂ ਮਿਲੀ ਸੀ। ਲੋਕਲ ਬਾਡੀ ਮੰਤਰੀ ਸੀ, ਸਥਾਨਕ ਸਰਕਾਰਾਂ ਬਾਰੇ ਮੰਤਰੀ ਸੀ। ਗੱਲਬਾਤ ਵੀ ਕੀਤੀ ਸੀ ਨਿਊਜ਼ 18 ਦੇ ਨਾਲ ਪਿਛਲੇ ਦਿਨੀ ਉਹਨਾਂ ਨੇ ਔਰ ਕਿਹਾ ਸੀ ਕਿ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ, ਹੋਰ ਕੰਮ ਕੀਤਾ ਜਾਏਗਾ। ਸਾਫ਼ ਪਾਣੀ ਨੂੰ ਲੈ ਕੇ
ਪਸ਼ੂਆਂ ਦੀ ਸਮੱਸਿਆ, ਹੋਰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਉਹਨਾਂ ਨੇ ਗੱਲਬਾਤ ਕੀਤੀ। ਤਾਂ ਅਸਤੀਫਾ ਉਹਨਾਂ ਨੇ ਦੇ ਦਿੱਤਾ ਹੈ, ਤਾਂ ਮੁੱਖ ਮੰਤਰੀ ਨੇ ਗਵਰਨਰ ਨੂੰ ਅੱਗੇ ਅਸਤੀਫਾ ਭੇਜਿਆ। ਪੰਕਜ ਕਪਾਈ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ। ਪੰਕਜ, ਵਿਸਥਾਰ ਹੋਣ ਜਾ ਰਿਹਾ ਹੈ ਮੰਤਰੀ ਮੰਡਲ ਦਾ, 2 ਨਵੇਂ ਚਿਹਰੇ ਮੰਤਰੀ ਮੰਡਲ 'ਚ ਸ਼ਾਮਿਲ ਹੋਣਗੇ। ਬਿਲਕੁਲ ਹੁਣ ਤੋਂ 4 ਘੰਟੇ ਬਾਅਦ 11 ਵਜੇ ਗਵਰਨਰ ਹਾਊਸ ਦੇ ਵਿੱਚ ਉਹ ਜਿਹੜੀ ਹੈ ਉਹ ਲਿੱਤੀ ਜਾਏਗੀ ਔਰ ਇਸ ਮੌਕੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਜਿਹੜੇ ਨੇ ਉਹ ਮੌਜੂਦ ਰਹਿਣਗੇ, ਕਿਉਂਕਿ ਰਾਜਪਾਲ ਵੱਲੋਂ ਇਹ ਓਥ ਜਿਹੜੀ ਹੈ ਉਹ ਦਵਾਈ ਜਾਂਦੀ ਹੈ। ਔਰ ਬਲਕਾਰ ਸਿੰਘ ਕਰਤਾਰਪੁਰ ਤੋਂ ਆਉਂਦੇ ਨੇ, ਡੀਐਸਪੀ ਰਹਿ ਚੁੱਕੇ ਨੇ ਔਰ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਇਨਾਮ ਮਿਲਿਆ ਹੋਇਆ ਕਿ ਜਲੰਧਰ ਜਿਮਨੀ ਚੋਣ ਦੀ ਜਿਹੜੀ ਪਰਫਾਰਮੈਂਸ ਰਹੀ ਹੈ ਉਸ ਦੇ ਵਿੱਚ ਕਰਤਾਰਪੁਰ ਦੇ ਵਿੱਚ ਇੱਕ ਵੱਡੀ ਲੀਡ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੂੰ ਮਿਲੀ ਸੀਗੀ ਔਰ ਉੱਥੇ ਵਿਕਰਮ ਮਜੀਠੀਆ ਪ੍ਰਚਾਰ ਕਰ ਰਹੇ ਸੀਗੇ। ਤਾਂ ਇੱਕ ਵੱਡਾ ਨਾਮ ਹੈ ਦੁਆਬੇ ਤੋਂ ਆਉਂਦੇ ਨੇ, ਕਿਉਂਕਿ ਜਲੰਧਰ ਦੇ ਵਿੱਚ ਅਜੇ ਤੱਕ ਇਹ ਕਿਹਾ ਜਾ ਰਿਹਾ ਸੀਗਾ ਕਿ ਜਲੰਧਰ ਲੋਕ ਸਭਾ ਦੇ ਵਿੱਚ ਅਜੇ ਤੱਕ ਨੁਮਾਇੰਦਗੀ ਜਿਹੜੀ ਹੈ ਮੰਤਰੀ ਮੰਡਲ ਦੇ ਵਿੱਚ ਕਿਸੇ ਵੀ ਵਿਧਾਇਕ ਨੂੰ ਨਹੀਂ ਮਿਲੀ, ਤਾਂ ਉਹ ਥਾਂ ਪੂਰੀ ਕਰਦੇ ਹੋਏ ਨਜ਼ਰ ਆਉਣਗੇ ਬਲਕਾਰ ਸਿੰਘ। ਔਰ ਦੂਸਰਾ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆ ਹੋਰਾਂ ਦੇ ਪਰਿਵਾਰ ਦਾ ਇੱਕ ਵੱਡਾ ਨਾਮ ਜਿਹੜਾ ਵਾ ਉਹ ਮਲੋਟ ਵਾਲੇ ਏਰੀਏ ਦੇ ਵਿੱਚ, ਮੁਕਤਸਰ ਵਾਲੇ ਏਰੀਏ ਦੇ ਵਿੱਚ ਰਿਹਾ ਵਾ ਔਰ ਪਿਛਲੇ 2 ਦਹਾਕਿਆਂ ਤੋਂ ਬਾਦਲ ਪਰਿਵਾਰ ਦੇ ਨਾਲ ਟਾਕਰਾ ਲੈਂਦੇ ਰਹੇ ਨੇ। ਤਾਂ ਉਹਨਾਂ ਨੂੰ ਵੀ ਇਸ ਗੱਲ ਦਾ ਕਿਤੇ ਨਾ ਕਿਤੇ ਲਾਹਾ ਮਿਲੇਗਾ ਔਰ ਉਹ ਵੀ ਕੈਬਨਿਟ ਦੇ ਵਿੱਚ ਜਿਹੜਾ ਵਾ ਉਹ ਵਜ਼ਾਰਤ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਔਰ ਇਸ ਦੇ ਨਾਲ ਅਹਿਮ ਗੱਲ ਇਹ ਵੀ ਹੈ ਕਿ ਇੱਕ ਸਰਪ੍ਰਾਈਜ਼ਿੰਗ ਕੱਲ ਅਸਤੀਫਾ ਜਿਹੜਾ ਵਾ ਉਹ ਦੇਖਣ ਨੂੰ ਮਿਲਿਆ, ਜਦੋਂ ਇੰਦਰਬੀਰ ਸਿੰਘ ਨਿੱਜਰ ਹੋਰਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੂੰ ਜਿਹੜਾ ਉਹ ਅਸਤੀਫਾ ਭੇਜ ਦਿੱਤਾ ਔਰ ਉਹਨਾਂ ਦਾ ਅਸਤੀਫਾ ਜਿਹੜਾ ਮੁੱਖ ਮੰਤਰੀ ਨੇ ਅੱਗੇ ਰਾਜਪਾਲ ਨੂੰ ਭੇਜ ਦਿੱਤਾ ਵਾ ਔਰ ਹੁਣ ਨਿੱਜਰ ਜਿਹੜੇ ਨੇ ਉਹ ਪੰਜਾਬ ਕੈਬਨਿਟ ਦਾ ਹਿੱਸਾ ਨਹੀਂ ਰਹਿਣਗੇ। ਜੀ ਬਿਲਕੁਲ ਇਹ ਵੀ ਹੈ ਪੰਕਜ, ਕਿਉਂਕਿ ਇੰਦਰਬੀਰ ਨਿੱਜਰ ਚੀਫ ਖਾਲਸਾ ਦੀਵਾਨ ਦੇ ਮੁਖੀ ਵੀ ਨੇ। ਤਾਂ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ ਸਰਕਾਰ ਬਹੁਤ ਕੁਝ ਨਾਪ ਤੋਲ ਕਰਦੀ ਹੈ ਜਦੋਂ ਨਵੇਂ ਚਿਹਰੇ ਵੀ ਸ਼ਾਮਿਲ ਹੋ ਰਹੇ ਨੇ, ਜਿਸ ਤਰ੍ਹਾਂ ਦੇ ਨਾਲ ਤੁਸੀਂ ਬਲਕਾਰ ਸਿੰਘ ਦਾ ਜ਼ਿਕਰ ਕੀਤਾ ਹੈ, ਮਜਬੀ ਸਿੱਖ ਚਿਹਰਾ ਵੀ ਨੇ, ਤਾਂ ਹਰ ਮਾਪਦੰਡ ਕਰਕੇ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਕੰਮ ਕੀਤਾ ਜਾ ਰਿਹਾ। ਖਾਸ ਤੌਰ 'ਤੇ ਜੇਕਰ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜ਼ਿਕਰ ਕਰੀਏ ਤਾਂ ਪਿਛਲੇ ਸਮੇਂ 'ਚ ਬਹੁਤ ਸਾਰੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋਏ ਨੇ, ਚਿਹਰੇ ਬਦਲੇ ਗਏ, ਡਿਪਾਰਟਮੈਂਟਸ ਬਦਲੇ ਗਏ। ਪੰਕਜ, ਨਿਸ਼ਚਿਤ ਤੌਰ ਤੇ ਇਹ ਹਰ ਸਰਕਾਰ ਇੱਕ ਤਾਂ ਇਹ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਏਰੀਆ ਅਜਿਹਾ ਨਾ ਰਹੇ ਜਿਸ ਦੇ ਵਿੱਚ ਮੰਤਰੀ ਨਾ ਹੋਵੇ, ਕਿਉਂਕਿ ਜਲੰਧਰ ਇੱਕ ਅਜਿਹੀ ਧਰਤੀ ਹੈ ਜਿੱਥੇ ਹਮੇਸ਼ਾ ਜਿਹੜੇ ਨੇ ਕਿਸੇ ਵੀ ਸਰਕਾਰ ਦੇ ਵਿੱਚ ਮੰਤਰੀ ਜ਼ਰੂਰ ਰਹਿੰਦੇ ਨੇ। ਤਾਂ ਲਗਾਤਾਰ ਇਹ ਸਵਾਲ ਚੱਲ ਰਹੇ ਸੀਗੇ ਕਿ ਜਲੰਧਰ ਨੂੰ ਅਣਗੌਲਾ ਕਿਉਂ ਕੀਤਾ ਗਿਆ, ਜਲੰਧਰ ਦੇ ਵਿੱਚ ਵਿਧਾਇਕ ਨੂੰ ਮੰਤਰੀ ਕਿਉਂ ਨਹੀਂ ਬਣਾਇਆ ਗਿਆ। ਤਾਂ ਅਜਿਹੇ 'ਚ ਇਸੇ ਵਜ੍ਹਾ ਕਰਕੇ ਕਿਉਂਕਿ ਕਰਤਾਰਪੁਰ ਤੋਂ ਆਉਂਦੇ ਨੇ, ਜਲੰਧਰ ਲੋਕ ਸਭਾ ਦੇ ਵਿੱਚ ਕਰਤਾਰਪੁਰ ਪੈਂਦੀ ਹੈ, ਤਾਂ ਉੱਥੋਂ ਬਲਕਾਰ ਸਿੰਘ ਹੋਰਾਂ ਨੂੰ ਜਿਹੜਾ ਉਹ ਹੁਣ ਕੈਬਨਿਟ ਦਾ ਹਿੱਸਾ ਬਣਨਗੇ। ਔਰ ਦੂਸਰਾ ਇਹ ਵੀ ਹੈ ਕਿ ਅੱਗੋਂ ਨਗਰ ਨਿਗਮ ਦੀਆਂ ਚੋਣਾਂ ਆਉਣੀਆਂ ਔਰ ਜਿਹੜਾ ਕਾਫੀ ਅਹਿਮ ਹੋ ਜਾਂਦਾ ਹੈ ਕਿ ਜਲੰਧਰ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਇਹ 4 ਅਜਿਹੇ ਸ਼ਹਿਰ ਨੇ ਜਿੱਥੇ ਨਗਰ ਨਿਗਮ ਦੀਆਂ ਇਲੈਕਸ਼ਨ ਨੂੰ ਲੈ ਕੇ ਕਾਫੀ ਜ਼ਿਆਦਾ ਐਕਟੀਵਿਟੀ ਰਹੇਗੀ। ਤਾਂ ਜਲੰਧਰ ਨੂੰ ਨੁਮਾਇੰਦਗੀ ਮਿਲ ਗਈ ਹੈ, ਲੇਕਿਨ ਹੁਣ ਇਹ ਅੰਮ੍ਰਿਤਸਰ ਦੇ ਵਿੱਚ ਆਲਰੇਡੀ ਕਿਉਂਕਿ ਮੰਤਰੀ ਨੇ, ਲੇਕਿਨ ਨਿੱਜਰ ਹੋਰਾਂ ਨੂੰ ਹਟਾਉਣ ਦੀ ਵਜ੍ਹਾ ਕੀ ਰਹੀ ਜਾਂ ਨਿੱਜਰ ਹੋਰਾਂ ਨੇ ਅਸਤੀਫਾ ਕਿਉਂ ਦਿੱਤਾ, ਕੀ ਨਿੱਜਰ ਹੋਰਾਂ ਦੇ ਨਿੱਜੀ ਕਾਰਨ ਸੀਗੇ ਜਾਂ ਪਰਦੇ ਦੇ ਪਿੱਛੇ ਕੋਈ ਹੋਰ ਇਸ ਦੀ ਵਜ੍ਹਾ ਸੀਗੀ, ਇਹ ਕੋਸ਼ਿਸ਼ ਕਰਾਂਗੇ ਇੰਦਰਬੀਰ ਨਿੱਜਰ ਹੋਰਾਂ ਨਾਲ ਵੀ ਗੱਲਬਾਤ ਕਰਨ ਦੀ। ਲੇਕਿਨ ਇੰਦਰਬੀਰ ਸਿੰਘ ਨਿੱਜਰ ਹੋਰਾਂ ਦਾ ਅਸਤੀਫਾ ਹੋ ਗਿਆ। ਹੁਣ ਸਵਾਲ ਇਹ ਵੀ ਹੈ ਕਿ ਜਿਹੜੀ ਨਗਰ ਨਿਗਮ ਦੇ ਅਧਿਕਾਰੀ ਜਿਹੜੇ ਮੰਤਰੀ ਹੁੰਦੇ ਨੇ ਉਹ ਹੁਣ ਕੌਣ ਹੋਣਗੇ, ਕਿਉਂਕਿ ਨਿੱਜਰ ਹੋਰਾਂ ਕੋਲ ਇਹ ਡਿਪਾਰਟਮੈਂਟ ਸੀਗਾ ਲੋਕਲ ਬੋਡੀ ਦਾ, ਤਾਂ ਲੋਕਲ ਬੋਡੀ ਮਿਨਿਸਟਰ ਕਿਸ ਨੂੰ ਬਣਾਇਆ ਜਾਏਗਾ, ਕਿ ਖੁੱਡੀਆ ਹੋਰਾਂ ਨੂੰ ਬਣਾਇਆ ਜਾਏਗਾ, ਕੀ ਬਲਕਾਰ ਸਿੰਘ ਹੋਰਾਂ ਨੂੰ ਬਣਾਇਆ ਜਾਏਗਾ ਜਾਂ ਕੈਬਨਿਟ ਦੇ ਵਿੱਚ ਕੁਝ ਹੋਰ ਪੋਰਟਫੋਲੀਓ ਬਦਲੇ ਜਾਣਗੇ। ਇਸ ਦੀ ਪਿਕਚਰ ਅਗਲੇ ਕੁਝ ਹੀ ਘੰਟੇ ਦੇ ਵਿੱਚ ਸਾਫ਼ ਹੁੰਦੀ ਹੋਈ ਨਜ਼ਰ ਆਏਗੀ। ਜੀ ਠੀਕ ਹੈ ਪੰਕਜ, ਧੰਨਵਾਦ ਹੈ तमाम ਜਾਣਕਾਰੀ ਲਈ, ਸ਼ੁਕਰੀਆ। ਤਾਂ ਇਹ ਗ੍ਰਾਫਿਕ ਦੇ ਜ਼ਰੀਏ ਵੀ ਦਿਖਾ ਰਹੇ ਹਾਂ ਕਿ ਇੰਦਰਬੀਰ ਨਿੱਜਰ ਆਊਟ ਹੋਏ ਨੇ ਕੈਬਨਿਟ ਦੇ ਵਿੱਚੋਂ ਔਰ 2 ਹੋਰ ਚਿਹਰੇ ਇਨ ਹੋਏ ਨੇ, ਯਾਨੀ ਕਿ ਗੁਰਮੀਤ ਖੁੱਡੀਆਂ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਮਾਤ ਦਿੱਤੀ, ਹਰਾਇਆ, ਔਰ ਬਲਕਾਰ ਸਿੰਘ ਜੋ ਕਰਤਾਰਪੁਰ ਤੋਂ ਆਉਂਦੇ ਨੇ, ਹਲਕੇ ਤੋਂ ਆਉਂਦੇ ਨੇ। ਤਾਂ ਉਸ ਤੋਂ ਬਾਅਦ ਇੱਕ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਜਿਹੜਾ ਗੜ੍ਹ ਸੀ ਕਾਂਗਰਸ ਦਾ, ਉਸ ਨੂੰ ਜਿੱਤ ਹਾਸਲ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ
13,000 ਵੋਟਾਂ ਦੀ ਜਿਹੜੀ ਲੀਡ ਹੈ ਉਹ ਇਸ ਹਲਕੇ ਤੋਂ ਮਿਲੀ ਸੀ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਵਿੱਚ ਡੀਸੀਪੀ ਰਹੇ ਨੇ ਬਲਕਾਰ ਸਿੰਘ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਤੋਂ ਇਲਾਵਾ ਜੇਕਰ ਅਸੀਂ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਜਿਸ ਵੇਲੇ ਜਿੱਤ ਹਾਸਲ ਹੋਈ ਸੀ ਤਾਂ ਚੌਧਰੀ ਸੁਰਿੰਦਰ ਸਿੰਘ ਨੂੰ ਇਹਨਾਂ ਨੇ ਮਾਤ ਦਿੱਤੀ ਸੀ, ਉਸ ਵੇਲੇ ਜਿੱਤ ਹਾਸਲ ਹੋਈ ਸੀ। ਔਰ ਹੁਣ ਇੱਕ ਵੱਡਾ ਯੋਗਦਾਨ ਇਹਨਾਂ ਨੇ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਕੀਤਾ ਹੈ ਤਾਂ ਦੋ ਨਵੇਂ ਚਿਹਰੇ ਐਂਟਰ ਹੋਣ ਜਾ ਰਹੇ ਨੇ। ਦੋ ਨਵੇਂ ਚਿਹਰਿਆਂ ਦੀ ਐਂਟਰੀ ਹੋਏਗੀ। ਗੁਰਮੀਤ ਖੁੱਡੀਆਂ ਜਿਨ੍ਹਾਂ ਦੇ ਵੱਲੋਂ ਲੰਬੀ ਤੋਂ ਜੋ ਵਿਧਾਇਕ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਹਰਾਇਆ, ਬਾਰ-ਬਾਰ ਜ਼ਿਕਰ ਹੁੰਦਾ ਰਿਹਾ ਹੈ। ਅਗਰ ਇਸ ਸਵਾ ਸਾਲ ਦੇ ਵਿੱਚ ਵੀ ਜ਼ਿਕਰ ਕਰੀਏ ਤਾਂ ਬਾਰ-ਬਾਰ ਜ਼ਿਕਰ ਹੁੰਦਾ ਰਿਹਾ ਹੈ ਇਸ ਮਸਲੇ ਦਾ ਜਾਂ ਕਹਿ ਲਈਏ ਕਿ ਇਸ ਜਿੱਤ ਦਾ। ਤਾਂ ਸਿਆਸਤ ਦੇ ਵਿੱਚ ਇਹਨਾਂ ਦਾ ਲੰਬਾ ਤਜਰਬਾ ਹੈ। ਕਾਂਗਰਸ ਦੇ ਵਿੱਚੋਂ ਆਪ ਦੇ ਵਿੱਚ ਆਏ ਸਨ, ਇਹ ਵੀ ਅਹਿਮ ਹੈ। ਗੁਰਮੀਤ ਖੁੱਡੀਆਂ ਯਾਨੀ ਕਿ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਸਨ ਔਰ ਜਗਦੇਵ ਖੁੱਡੀਆਂ ਦੇ ਬੇਟੇ ਨੇ ਗੁਰਮੀਤ ਖੁੱਡੀਆਂ 1999 ਦੇ ਵਿੱਚ ਪਿਤਾ ਜਗਦੇਵ ਖੁੱਡੀਆਂ सांसद रहे ने। यानी कि पिछला अगर तजर्बा वेखिए परिवार दे विचों ही सियासी तजर्बा हासिल होया है। परिवार दे विच ही माहौल अजिहा रहा, हमेशा सियासत दे नाल जुड़िया होया। तो जिस तो बाद गुरमीत खुड्डियां दी हुण जो एंट्री हो रही है तो हुण ये भी वेखना होएगा किहड़ा डिपार्टमेंट उन्हां नूं मिलदा है, किहड़े विभाग की जिम्मेवारी उन्हां नूं दित्ती जांदी है। पर इन्ना जरूर है कि डॉक्टर इंदरबीर निज्जर इन्हां दे कोल लोकल बॉडी विभाग सी, जो विभाग किसी समय नवजोत सिंह सिद्धू दे कोल रहा है। हालांकि उस मौके कैप्टन अमरिंदर सिंह ने उन्हां तो रिपोर्ट कार्ड मंगिया सी, उस करके ही नाराजगी वधी सी और कहा सी कि की काम किया गया है, शहरां दे विच विकास दिखाया जाए। अमृतसर तो ही नवजोत सिद्धू आंदे ने तो उन्हां दे कोल ही विभाग रहा सी। अजकल यह विभाग इंदरबीर निज्जर दे कोल सी, पर हुण इस विभाग तो और कैबिनेट मंत्री तो ही अस्तीफा दे दिता गया। तो हुण सवाल है कि आखिरकार यह विभाग किस दे कोल जाएगा। जिस तरीके दे नाल पंकज भी जिक्र कर रहे सी, आने वाले समय दे विच नगर निगम दीयां चोणां भी ने तां अहम हो जांदा है कि चार जिहड़े वड्डे शहर ने किन्ना काम उत्थे होया है, शहरां दे लोग की सोचते ने, किन्ना साफ पानी उन्हां तक आ रहा है, गलियां नालियां दी की स्थिति है, आवारा पशुआं दे मसले दा कल ही जिक्र कीता डॉक्टर इंदरबीर निज्जर ने। तां ये सारे मसले ने, इस नूं लैके हुण की कुछ भविख दे विच लोकां दा कहना होएगा उस आधार ते ही वोटिंग जिहड़ी है नगर निगम दी हुंदी है। तां जिस तो बाद अज 11 बजे हल्फ लिया जाएगा। दो नवे चेहरे शामिल हो रहे हैं। तो सीएम मान अज खुलासा करनगे, भी अहम खबर है। सीएम मान दे वल्लों दिता अल्टीमेटम अज खत्म हो रहा है। सबका सीएम चरणजीत चन्नी नूं अल्टीमेटम दिता सी, दोपहर 2 बजे तक दा समा दिता गया सी। चन्नी दे भांजे जां फिर भतीजे नूं लैके खुलासा हो सकता है। सीएम ने क्रिकेटर तो पैसे लैण दे इल्जाम लगाए सन। उन्होंने कहा सी कि मैनूं खुद दस्सिया गया है क्रिकेटर दे वल्लों और पंजाब दा ही खिडारी है। तो अज क्रिकेटर नूं सामने लिया सकते हैं सीएम मान। चन्नी दे भांजे दे क्रिकेटर तो 2 करोड़ रुपए मंगण का इल्जाम लगाया गया है, नौकरी के बदले रिश्वत मंगण के इल्जाम लगाए गए हैं। तो इस दे चलते अज तक का अल्टीमेटम दिता गया सी। हालांकि भी जिक्र हो गया कि पिछले दिनों च सीएम सबका सीएम चरणजीत चन्नी प्रेस कॉन्फ्रेंस करते हैं, सब दे सामने आते हैं, एक किस्म का इमोशनल होंगे ने, एक किस्म के नालों कहते हैं कि जेकर मेरे खिलाफ कोई सबूत है तो मैनू जेल च पा दिओ, जेल च डक दिओ, पर इस किस्म के नाल इल्जाम जिहड़े ने गलत ना लगाए जाण। हालांकि तस्वीर उदों भी सामने आ जाती है वक्री जदों चमकौर साहिब जाके अरदास करते हैं चरणजीत चन्नी। तो अज अल्टीमेटम खत्म हो रहा है। तो ग्राफिक्स ने अल्टीमेटम का काउंटडाउन है। मुख्यमंत्री भगवंत मान ने कहा चन्नी के भांजे ने क्रिकेटर तो पैसे मंगे ने। चरणजीत चन्नी ने कहा कि जिन्होंने असीं नौकरियां दित्तियां ने उन्हां तो पुछया जाए, उन्हां तो जाके सवाल मंगे कीते जाण। नौकरी देने के लिए 2 करोड़ रुपए मंगे गए। उन्होंने कहा कि मैं जिंदगी दे विच एक कमाई नहीं की, जो कमाई की है उसका मैं हिसाब दे सकता हाँ, अजिहा कुछ नहीं होया। चन्नी ने क्रिकेटर नूं भांजे दे कोल भेजिया है, इल्जाम लगाए कि मैं कोई खिडारी भांजे दे कोल नहीं भेजा। चरणजीत चन्नी का कहना सी। उधर भगवंत मान का कहना सीएम का। चन्नी ने कहा कि 2 दे दिओ, ये मैनू जेल भेजना चाहते हैं। चरणजीत चन्नी का कहना है इस करके सारे इल्जाम लगाए जा रहे हैं। भगवंत मान का कहना है सीएम का तुहाडे कोल 31 मई 2 बजे तक का समय। तो फिर चरणजीत चन्नी ने कहा कि 31 मई की उड़ीक क्यों करनी पै रही है, क्यों की जा रही है। सीधा ही जेकर कोई इल्जाम है तो फिर कार्रवाई करो, खिडारी तो रिश्वत मंगण बारे जानकारी जनतक करो। भगवंत मान मुख्यमंत्री ने कहा, पर चरणजीत चन्नी का कहना है कि ट्वीटो ट्वीट खेडना बंद किया जाए। तो सीएम कहते हैं नहीं, फिर 31 मई दोपहर 2 बजे मैं खुलासा करांगा। चरणजीत चन्नी का कहना है कि जो तुहाडे कोल सबूत है वो लैके आओ। तो भगवंत मान कहते हैं सीएम फोटोआं नाम ते मिलन वाली थां समेत सब जनतक करांगा। तो चरणजीत चन्नी का कहना है जो किसी ने कुछ दिता लिया है उस मुताबिक पर्चा दर्ज करो। देखो 10 करोड़ रुपये कितों बरामद होया सी?
क्या हुण चन्नी साहब नूं इस तो बाद भी कोई शक है? तो मैनूं लगदा भी अगर असीं झूठ बोल के इस चीज़ नूं कवर करना चाहते हो होना नहीं। और डेफिनेटली है भी मुख्यमंत्री को तथ्य है उन्होंने चीज़ों के बारे, और अगर चन्नी साहब इस चीज़ को एडमिट नहीं करते हैं तो वो तथ्य सामने भी आ सकते हैं, डिस्कलोज होऊगे। इस करके चाहिए इन्हां चीज़ों तो सानू अज जिहड़ी असीं परेशानियां दा ਜਾਂ देखते पे अपने वाल झाकी मारन की कोशिश करन भी असीं इदां क्यों करते रहे। ਚੰਨੀ ਹੋਰੀ ਕਹਿ ਰਹੇ ਕਹਿੰਦੇ ਕਿ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਪੁੱਛ ਲਿਆ, ਮੈਂ ਨਾ ਤਾਂ ਮੈਂ ਕੀਤਾ ਨਾ ਮੇਰੇ ਰਿਸ਼ਤੇਦਾਰਾਂ ਨੇ ਕੀਤਾ, ਕਿਸੇ ਨੇ ਕੁਝ ਨਹੀਂ ਕੀਤਾ। ਸਬੂਤ ਕੀ ਹੈ? ਵੀਡੀਓ ਹੈ, ਫੋਟੋ ਹੈ ਜਾਂ ਰਿਟਨ ਕੰਪਲੇਂਟ ਖਿਡਾਰੀ ਨੇ ਕਰਤੀ ਹੈ ਜਾਂ ਕੱਲ ਖਿਡਾਰੀ ਸਾਹਮਣੇ ਲੈ ਕੇ ਆਣਗੇ, ਕੀ ਕੁਝ ਹੈ? ਮੈਨੂੰ ਹੁਣ ਜ਼ਿਆਦਾ ਜਾਣਕਾਰੀ ਨਹੀਂ। ਦੇਖੋ ਮੁੱਖ ਮੰਤਰੀ ਜੀ ਨੇ ਅਗਰ ਗੱਲ ਕਹੀ ਹੈ ਤਾਂ ਉਹਦਾ ਡੈਫੀਨੇਟਲੀ ਕੋਈ ਮਤਲਬ ਹੈ, ਔਰ ਮੇਰੇ ਲਿਹਾਜ਼ ਨਾਲ ਉਹਨਾਂ ਕੋ ਕਈ ਵਾਰੀ ਅਸੀਂ ਜਨਰਲ ਗੱਲ ਵੀ ਕਰਦੇ, ਜ਼ਰੂਰੀ ਨਹੀਂ ਅਸੀਂ ਕੋਈ ਗੱਲ ਰਿਟਨ 'ਚ ਹੀ ਕਰਦੇ ਹਾਂ। ਅਸੀਂ ਦੱਸਦੇ ਜੀ ਸਾਡੇ ਨਾਲ ਇਦਾਂ ਹੋਈ ਸੀ, ਲੋਕ ਆ ਕੇ ਦੱਸਦੇ ਨੇ ਸਾਡੇ ਨਾਲ ਇਦਾਂ ਕੀਤੀ ਜੀ ਫਲਾਣੇ ਨੇ, ਠੀਕ ਹੈ ਨਾ ਜੀ। ਉਹ ਇਸ ਤੋਂ ਉਹ ਵੀ ਤਾਂ ਇੱਕ ਵੱਡੀ ਐਵੀਡੈਂਸ ਹੁੰਦੀ ਹੈ। ਤਾਂ ਨਿਸ਼ਚਿੰਤ ਰਹਿਣ, ਅਗਰ ਚੰਨੀ ਸਾਹਿਬ ਨੂੰ ਹਾਲੇ ਤੱਕ ਇਸ ਗੱਲ ਦਾ ਯਕੀਨ ਨਹੀਂ ਹੈ ਕਿ 10 ਕਰੋੜ ਕਿੱਥੋਂ ਬਰਾਮਦ ਹੋਇਆ ਸੀਗਾ ਤੇ ਉਹਨਾਂ ਨੂੰ ਸਾਹਮਣੇ ਆਣਾ, ਪਹਿਲਾਂ ਤਾਂ ਉਹਦਾ ਦੱਸ ਦਿੰਦੇ ਉਹ ਕਿੱਥੋਂ ਆਇਆ ਸੀ, ਉਹ ਤਾਂ ਕੋਈ ਰੱਖਣ नहीं सी गया। कि जो मुख्यमंत्री है पंजाब के, उन्होंने चिरंजीव सिंह चन्नी पर एक बड़ा आरोप लगाया है और उन्होंने कहा है कि अगर आप खुद से अपनी बात रख देते हैं, अपना जुर्म कबूल कर लेते हैं, अन्यथा मैं एक प्रेस कॉन्फ्रेंस कर जग जाहिर कर दूंगा। आप ऐसे कैसे देखते हैं इस पूरे मसले को? पूर्व सीएम, मौजूदा सीएम, और इस तरीके का मतभेद और राजनीति चल रही है। देखो आजकल राजनीति के अंदर मतलब दुश्मनी जी ना ज्यादा एक दूसरे की निकालने के लिए लगे हुए हैं। ठीक है, अगर किसी ने करप्शन किया है, रिश्वतखोरी की है तो जांच होगी, और जांच के अंदर जो दोषी पाया जाए, इस तरह एडवर्टाइजमेंट करना, अपनी सेखी बटोरना, ये तो गलत है ना, मैं ऐसे करूंगा वैसे करूंगा, ये तो कोई बात नहीं हुई ना जी। ठीक है, जिसने किसी ने करप्शन की है तो उस पर जांच हो, जांच में जिसको पाया जाए, मतलब कानून ने अपना काम करना चाहिए, ना कि जबान से काम करो, कानून से काम करो। ਅੱਗੇ ਵਧਾਂਗੇ। ਐਸਜੀਪੀਸੀ ਚੋਣਾਂ ਦਾ ਬਿਗੁਲ ਵੱਜ ਚੁੱਕਿਆ। ਗੁਰਦੁਆਰਾ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਵੋਟਰ ਸੂਚੀ ਤਿਆਰ ਕਰਨ ਦੇ ਹੁਕਮ ਦਿੱਤੇ ਨੇ। ਆਖਿਰ ਕੌਣ ਵੋਟ ਪਾਉਣ ਦੇ ਯੋਗ ਹੋਏਗਾ ਤੇ ਚੋਣ ਲੜਨ ਦੀ ਪ੍ਰਕਿਰਿਆ ਕੀ ਹੋਵੇਗੀ, ਇਸ ਬਾਰੇ ਵੀ ਵਿਸਥਾਰ ਦੇ ਨਾਲ ਜ਼ਿਕਰ ਕੀਤਾ। ਸਾਲ 2011 ਚ ਆਖਰੀ ਵਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ, ਜਿਸ ਦੇ ਬਾਅਦ ਅਜੇ ਤੱਕ ਚੋਣਾਂ ਨਹੀਂ ਹੋ ਸਕੀਆਂ। ਹਾਲਾਂਕਿ ਲਗਾਤਾਰ ਚੋਣਾਂ ਕਰਵਾਉਣ ਦੀ ਮੰਗ ਉੱਠਦੀ ਆਈ ਹੈ। ਇਸ ਦੇ ਵਿਚਾਲੇ ਗੁਰਦੁਆਰਾ ਚੋਣ ਕਮਿਸ਼ਨ ਐਕਸ਼ਨ ਦੇ ਵਿੱਚ ਆ ਗਿਆ, ਜਿਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਚੋਣਾਂ ਦਾ ਬਿਗਲ ਵੀ ਵੱਜ ਗਿਆ, ਜਿਸ ਨੂੰ ਲੈ ਕੇ ਗੁਰਦੁਆਰਾ ਚੋਣ ਕਮਿਸ਼ਨ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਵੋਟਰ ਸੂਚੀ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਨੇ। ਮੁੱਖ ਸਕੱਤਰ ਨੂੰ ਪ੍ਰਕਿਰਿਆ ਜਲਦ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਵੋਟਰ ਬਣਨ ਦੇ ਲਈ ਘੱਟ ਤੋਂ ਘੱਟ ਉਮਰ 21 ਸਾਲ ਹੋਣੀ ਚਾਹੀਦੀ ਹੈ। ਨੋਟੀਫਿਕੇਸ਼ਨ ਦੇ ਮੁਤਾਬਿਕ ਪੂਰਨ ਸਿੱਖ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਹੋਵੇਗਾ। ਦਾੜੀ ਤੇ ਕੇਸ ਕੱਟਣ ਵਾਲੇ ਵੋਟ ਨਹੀਂ ਬਣਾ ਸਕਣਗੇ। ਸਿਗਰਟ ਅਤੇ ਸ਼ਰਾਬ ਪੀਣ ਵਾਲਾ ਵੀ ਵੋਟ ਪਾਉਣ ਦੇ ਯੋਗ ਨਹੀਂ ਹੋਵੇਗਾ। ਆਖਰ ਚੋਣ ਲੜਨ ਦੀ ਪੂਰੀ ਪ੍ਰਕਿਰਿਆ ਕੀ ਹੋਵੇਗੀ, ਇਸ ਬਾਰੇ ਵੀ ਨੋਟੀਫਿਕੇਸ਼ਨ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਚੋਣ ਲੜਨ ਦੇ ਲਈ ਉਮੀਦਵਾਰ ਵੱਲੋਂ ਚੋਣ ਕਮਿਸ਼ਨ ਵੱਲੋਂ ਦਿੱਤਾ ਫਾਰਮ ਭਰਨਾ ਹੋਵੇਗਾ। ਫਾਰਮ ਦੇ ਵਿੱਚ ਲੋੜੀਂਦੇ ਸਾਰੇ ਵੇਰਵੇ ਹੋਣੇ ਚਾਹੀਦੇ ਨੇ। ਲੰਬਿਤ ਅਪਰਾਧਿਕ ਕੇਸਾਂ ਨੂੰ ਮੋਟੇ ਅੱਖਰਾਂ ਦੇ ਵਿੱਚ ਲਿਖਣਾ ਹੋਵੇਗਾ। ਜੇਕਰ ਉਮੀਦਵਾਰ ਵਿਸ਼ੇਸ਼ ਪਾਰਟੀ ਦੀ ਟਿਕਟ ਤੇ ਚੋਣ ਲੜਦਾ ਹੈ ਤਾਂ ਅਪਰਾਧਿਕ ਮਾਮਲਿਆਂ ਬਾਰੇ ਪਾਰਟੀ ਨੂੰ ਜਾਣਕਾਰੀ ਦੇਣੀ ਹੋਵੇਗੀ। ਸਿਆਸੀ ਪਾਰਟੀਆਂ ਨੂੰ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦੀ ਜਾਣਕਾਰੀ ਆਪਣੀ ਵੈਬਸਾਈਟ ਤੇ ਪਾਉਣੀ ਹੋਵੇਗੀ। ਜ਼ਿਕਰਯੋਗ ਹੈ ਕਿ ਐਸਜੀਪੀਸੀ ਦੇ ਕੁੱਲ 191 ਮੈਂਬਰ ਨੇ, ਜਿਨ੍ਹਾਂ ਵਿੱਚ ਚੁਣੇ ਹੋਏ ਮੈਂਬਰਾਂ ਦੀ ਗਿਣਤੀ 170 ਹੈ, ਜਦਕਿ ਨੋਮੀਨੇਟ ਮੈਂਬਰਾਂ ਦੀ ਗਿਣਤੀ 15 ਹੈ। ਇਸ ਤੋਂ ਇਲਾਵਾ 5 ਤਖਤ ਸਾਹਿਬਾਨਾਂ ਦੇ ਜਥੇਦਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਸ਼ਾਮਲ ਨੇ। ਸੋ ਚੋਣ ਕਮਿਸ਼ਨ ਨੇ ਚੋਣਾਂ ਦੀ ਤਿਆਰੀ ਕਰ ਲਈ ਹੈ ਤੇ ਇਸ ਦੇ ਵਿਚਾਲੇ ਸਵਾਲ ਹੈ ਕਿ ਕੀ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਐਸਜੀਪੀਸੀ ਚੋਣਾਂ ਹੋਣਗੀਆਂ। ਜੇਕਰ ਅਜਿਹਾ ਹੁੰਦਾ ਹੈ ਤਾਂ 24 ਦੇ ਮੈਦਾਨ ਦੇ ਵਿੱਚ ਉਤਰਨ ਤੋਂ ਪਹਿਲਾਂ ਸਿਆਸੀ ਧਿਰਾਂ ਦੇ ਲਈ ਵੱਡਾ ਇਮਤਿਹਾਨ ਹੋਵੇਗਾ, ਜਿਨ੍ਹਾਂ 'ਚ ਮੁੱਖ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੈ, ਕਿਉਂਕਿ ਫਿਲਹਾਲ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਹੀ ਦਬਦਬਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।